कहना जी सब तो पहला 302 का परचा जे ये सीरीयस ने ते ध्रुव धईए ते होना चाहिए। जिहदे इलाके का सवाल यह है कि ध्रुव धईए दी एडी खूबसूरती की है, 6 करोड़ खुर्द-बुर्द कीते होण, अज उहनूं फिर तुसीं SSP लाउने, 100 बंदा मर गया उहनूं फिर तुसीं SSP लाउने फिर चंद चढ़वाउणा, कौन जिम्मेवार होगा? वड्डी गल है कि SSP दी नॉलेज दे विच होण दे बावजूद जे उस मिनी फैक्ट्री जिहड़ी शराब दी नजायज़ चलदी सी कार्रवाई नहीं हुई, इहदा मतलब है बरामदी कदों हुंदी है? जिस दिन मौतां दे 70 विच जांदे उसे दिन पुलिस उत्थे पहुंच भी जाती है। चलो बेचारा मुंडा जिहड़ा SHO है ना, जिहड़ा उत्थों बदलिया सी, यंगस्टर सी, ਉਹਨੂੰ ਕਹਿੰਦਾ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਬੁਲਾਈ। ਉਸ ਬੰਦੇ ਦੇ ਮਗਰ ਵੀ SSP ਸਾਹਿਬ ਨਹੀਂ ਖੁੱਲੇ, ਹੀ ਵਾਸ ਟ੍ਰਾਂਸਫਰਡ ਔਰ ਉਹਦਾ ਭੁੱਖ ਖਾਮਿਆਜਾ ਅੱਜ ਤਰਨਤਾਰਨ ਜ਼ਿਲ੍ਹੇ ਦੇ ਪੰਜਾਬ ਦੇ ਲੋਕਾਂ ਨੇ ਭੁਗਤਿਆ। ਇਹਦੇ ਤੋਂ ਸਪਸ਼ਟ ਹੁੰਦਾ ਹੈ ਕਿ ਕਿੱਥੇ ਤੱਕ ਤਾਰਾਂ ਜੁੜੀਆਂ ਹੋਈਆਂ ਨੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਅੰਮ੍ਰਿਤਸਰ ਦਿਹਾਤੀ ਦੇ SSP ਧਰੁਵ ਦਈਆ ਦੇ SSP ਤਰਨਤਾਰਨ ਹੁੰਦਿਆਂ ਜ਼ਹਿਰੀਲੀ ਸ਼ਰਾਬ ਨਾਲ 100 ਤੋਂ ਵੱਧ ਜਣਿਆਂ ਦੀ ਮੌਤ ਹੋਣ ਦੇ ਮਾਮਲੇ ਵਿੱਚ ਉਸ ਦੀ ਭੂਮਿਕਾ ਨੂੰ ਲੈ ਕੇ CBI ਵੱਲੋਂ ਉਹਨਾਂ ਖਿਲਾਫ ਕੇਸ ਦਰਜ ਕਰਕੇ ਇਸ ਦੀ ਜਾਂਚ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਪੁਲਿਸ ਅਫਸਰ ਨੇ ਲੋਕਾਂ ਵੱਲੋਂ ਸਬੂਤ ਦੇਣ ਦੇ ਬਾਵਜੂਦ ਸ਼ਰਾਬ ਮਾਫੀਆ ਦੇ ਖਿਲਾਫ ਕਾਰਵਾਈ ਕਰਨ ਤੋਂ ਨਾ ਕਰ ਦਿੱਤੀ ਸੀ। ਉਹਨਾਂ ਕਿਹਾ ਕਿ ਉਸ ਨੂੰ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ ਜਾਂ ਫਿਰ ਨੌਕਰੀ ਤੋਂ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ, ਪਰ ਇਸ ਦੀ ਥਾਂ ਉਸ ਨੂੰ SSP ਅੰਮ੍ਰਿਤਸਰ ਦਿਹਾਤੀ ਲਗਾ ਕੇ ਇੱਕ ਹੋਰ ਇਨਾਮ ਦਿੱਤਾ ਗਿਆ। ਉਹਨਾਂ ਕਿਹਾ ਕਿ ਪੰਜਾਬ ਦੇ DGP ਦਿਨਕਰ ਗੁਪਤਾ ਦੱਸਣਗੇ ਧਰੁਵ ਦਈਆ ਉਹਨਾਂ ਦਾ ਚਹੇਤਾ ਕਿਉਂ ਹੈ ਤੇ ਉਹ ਇਹ ਵੀ ਦੱਸਣ ਕਿ ਤੀਜੀ ਵਾਰ SSP ਲਗਾ ਕੇ ਦਈਆ ਨੇ ਕਿਹੜਾ ਪੁਲਿਸ ਵਾਲਾ ਕੰਮ ਕੀਤਾ ਹੈ। ਮਜੀਠੀਆ ਨੇ ਕਿਹਾ ਕਿ SSP ਦੇ ਕਾਂਗਰਸ ਦੇ ਸ਼ਰਾਬ ਮਾਫੀਆ ਨਾਲ ਸਬੰਧਾਂ ਦਾ ਪਤਾ ਲਾਉਣਾ ਸਿਰਫ CBI ਜਾਂਚ ਨਾਲ ਹੀ ਸੰਭਵ ਹੈ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਫਿਰ ਦਈਆ ਦੇ ਸਿਰਫ ਚੰਡੀਗੜ੍ਹ ਹੀ ਨਹੀਂ ਬਲਕਿ 10 ਜਨਪਥ ਨਾਲ ਸਬੰਧਾਂ ਦਾ ਵੀ ਪਤਾ ਲੱਗ ਜਾਵੇਗਾ। ਹੋਰ ਕੀ ਕਿਹਾ ਮਜੀਠੀਆ ਨੇ, ਤੁਸੀਂ ਖੁਦ ਹੀ ਦੇਖ ਲਵੋ। ਬਿਊਰੋ ਰਿਪੋਰਟ ਡੇਲੀ ਨਿਊਜ਼ ਪੰਜਾਬੀ। ਉਹ ਕਹਿੰਦਾ ਕੀ ਕਹਿੰਦਾ ਸੀ SHO ਵਿਚਾਰਾ ਮੁੰਡਾ ਜਿਹੜਾ SHO ਹੈ ਨਾ, ਜਿਹੜਾ ਉੱਥੋਂ ਬਦਲਿਆ ਸੀ, ਯੰਗਸਟਰ ਸੀ, ਉਹਨੂੰ ਕਹਿੰਦਾ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਬੁਲਾਈ। ਹੁਣ ਸਤਿ ਸ੍ਰੀ ਅਕਾਲ ਤਾਂ ਇਸ ਤਰ੍ਹਾਂ ਵੀ ਨਹੀਂ ਬੁਲਾਈ ਤੇ MLA ਦਾ ਕੀ ਕੰਮ ਹੈ? ਕਹਿੰਦਾ ਨਹੀਂ ਬੁਲਾਈ, ਫਿਰ ਆਹੀ ਗੱਲ ਹੁੰਦੀ ਆ ਸੀ ਸਤਿ ਸ੍ਰੀ ਅਕਾਲਾਂ ਚ, ਮਤਲਬ ਉਹਦਾ ਮਤਲਬ ਕੀ ਸੀ ਅੰਦਰਲੀ ਕਹਾਣੀ ਦਾ? ਔਰ ਉਸ ਬੰਦੇ ਦੇ ਮਗਰ ਵੀ SSP ਸਾਹਿਬ ਨਹੀਂ ਖੁੱਲੇ, ਹੀ ਵਾਸ ਟ੍ਰਾਂਸਫਰਡ ਐਂਡ ਹਾਊ ਐਨ MLA is misbehaving। फिर जब MLA इस तरीके की तौस, इस तरीके की बदतमीजी, इस तरीके की ताकत विखाऊगा तो फिर काम भी आपकी मर्जी से कराऊगा और ਉਹਦਾ ਭੁੱਖ ਖਾਮਿਆਜਾ ਅੱਜ ਤਰਨਤਾਰਨ ਜ਼ਿਲ੍ਹੇ ਨੇ ਪੰਜਾਬ ਦੇ ਲੋਕਾਂ ਨੇ ਭੁਗਤਿਆ। ਸਭ ਤੋਂ ਵੱਡੀ ਗੱਲ ਹੈ ਕਿ SSP ਦੀ ਨੌਲੇਜ ਦੇ ਵਿੱਚ ਹੋਣ ਦੇ ਬਾਵਜੂਦ ਜੇ ਉਸ ਮਿੰਨੀ ਫੈਕਟਰੀ ਜਿਹੜੀ ਸ਼ਰਾਬ ਦੀ ਨਜਾਇਜ਼ ਚੱਲਦੀ ਸੀ ਕਾਰਵਾਈ ਨਹੀਂ ਹੋਈ, ਇਹਦਾ ਮਤਲਬ ਮਿਲੀ ਭੁਗਤ ਹੈ। ਜਿਹੜੇ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ ਕਿ ਮੈਂ ਪੁਲਿਸ ਨੂੰ ਹਦਾਇਤਾਂ ਕਰ ਦਿੱਤੀਆਂ ਕਿ ਜਿੱਥੋਂ ਵੀ ਕਿਤੇ ਕੋਈ ਬਰਾਮਦੀ ਹੋਈ ਤਾਂ ਮੈਂ ਸੰਬੰਧਿਤ ਪੁਲਿਸ ਅਫੀਸਰ ਤੇ ਕਾਰਵਾਈ ਕਰੂੰ, ਉਹ ਗੱਲਾਂ ਕਹਿਣ ਦੀਆਂ ਹੀ ਹੈ। ਔਰ ਦੂਸਰੀ ਗੱਲ ਜਿਹੜੀ ਹੈ, ਰੇਡ ਕਦੋਂ ਹੁੰਦਾ ਹੈ, ਬਰਾਮਦੀ ਕਦੋਂ ਹੁੰਦੀ ਹੈ? ਜਿਸ ਦਿਨ ਮੌਤਾਂ ਦੇ 70 ਵਿਚ ਜਾਂਦੇ ਆ ਉਸੇ ਦਿਨ ਪੁਲਿਸ ਉੱਥੇ ਪਹੁੰਚ ਵੀ ਜਾਂਦੀ ਹੈ ਤੇ 31,500 ਲੀਟਰ ਲਾਣ ਮੌਕੇ ਤੇ 350 ਬੋਤਲ ਜਿਹੜੀ ਹੈ ਸ਼ਰਾਬ ਦੀ ਨਜਾਇਜ਼ ਜਿਹੜੀ ਉੱਥੋਂ ਬਰਾਮਦ ਕੀਤੀ ਜਾਂਦੀ ਹੈ। ਵੱਡੇ ਪੱਧਰ ਤੇ ਸਾਜੋ ਸਮਾਨ ਬਰਾਮਦ ਕੀਤਾ ਜਾਂਦਾ ਔਰ ਜਿੱਥੇ ਹਜ਼ਾਰਾਂ ਬੋਤਲਾਂ ਰੋਜ਼ਾਨਾ ਤਿਆਰ ਕੀਤੀਆਂ ਜਾਂਦੀਆਂ ਸੀ। ਔਰ ਇਹ ਵੀ ਖਦਸ਼ਾ ਹੈ ਕਿ ਜਿਹੜੀ ਜ਼ਹਿਰੀਲੀ ਸ਼ਰਾਬ ਜਿਹੜੀ ਇੱਥੇ ਸਪਲਾਈ ਹੋਈ ਹੈ ਉਹ ਇਸੇ ਫੈਕਟਰੀ ਦੀ ਹੋ ਸਕਦੀ ਹੈ, ਕਿਉਂਕਿ ਇਸੇ ਬੈਲਟ 'ਚ ਇਹ ਸਾਰੀ ਵਰਤਾਈ ਗਈ ਹੈ। ਤੇ SSP ਸਾਹਿਬ ਜਿਹਦੇ ਕਰਕੇ ਜਿਹਦੀ ਨੌਲੇਜ ਹੋਵੇ, ਗੁਨਾਹਗਾਰ ਹੋਵੇ, ਗੁਨਾਹਗਾਰਾਂ ਨਾਲ ਸ਼ਾਮਲ ਹੋਵੇ, ਤੇ ਉਹ ਅੱਜ ਪੰਜਾਬ ਦੇ ਲਾਅ ਐਂਡ ਆਰਡਰ ਦੀ ਗੱਲ ਕਰ ਰਹੇ। ਇਸ ਕਰਕੇ ਜਿਹੜੀ ਹੈ ਇਹ ਬੜੇ ਵੱਡੇ ਗੁਨਾਹਗਾਰ ਨੇ, ਇਹਨਾਂ ਦੇ ਵਿਰੁੱਧ ਲਾਸਟ ਗੱਲ ਮੈਂ ਗੱਲ ਜਿਹੜੀ ਕਹਿਣਾ ਚਾਹੁੰਦਾ ਜੀ ਕਿ ਜੇ SHO ਰਿਸਪੌਂਸਿਬਲ ਹੈ ਤੇ ਜਿਹੜਾ ਜ਼ਿਲ੍ਹੇ ਦਾ ਕਮਾਂਡਰ ਹੈ, SSP ਜਿਹੜਾ SHO ਦੀਆਂ ਟ੍ਰਾਂਸਫਰਾਂ ਕਰ ਰਿਹਾ, ਜਿਹਦੀ ਨੋ ਹਾਊ ਇਜ਼ ਹੀ ਨਾਟ ਰਿਸਪੌਂਸਿਬਲ, ਉਹਨੇ ਐਡਾ ਕਿਹੜਾ ਵਧੀਆ ਕੰਮ ਕਰਤਾ ਕਿ ਤੁਸੀਂ ਉਹਨੂੰ ਰਿਵਾਰਡ ਕਰਦੇ ਹੋ। ਔਰ ਇਹ ਕੁਝ ਖਬਰਾਂ ਲੱਗੀਆਂ ਨੇ, ਇਹ ਵੱਡੀਆਂ ਅਖਬਾਰਾਂ ਦੀਆਂ ਖਬਰਾਂ ਨੇ, ਪਾਦਰੀ ਦੇ ਘਰ ਡਾਕਾ, SSP ਸ਼ੱਕ ਦੇ ਘੇਰੇ 'ਚ, ਦਈਏ ਦਾ ਤਬਾਦਲਾ ਅਤੇ ਸਰਕਾਰ ਵੱਲੋਂ ਮਾਮਲਾ ਲਟਕਾਉਣ ਦੀ ਸੰਭਾਵਨਾ। ਇਹ ਪਹਿਲਾਂ ਹੀ ਗੱਲਾਂ ਇਹ ਕਦੋਂ ਛਪੀਆਂ ਨੇ? 27 ਅਪ੍ਰੈਲ 19 ਚ। ਇਹ ਫਿਰ ਕੋਰਟ ਦੀ ਗੱਲ ਹੈ, ਪੈਸੇ ਪਾਦਰੀ ਦੇ ਘਰੋਂ ਹੀ ਮਿਲੇ, ਅਦਾਲਤ 'ਚ ਪੁਲਿਸ ਦਾ ਪੱਖ ਐਫੀਡੇਵਿਟ ਦੇ ਰਿਹਾ। ਫਿਰ ਜਿਹੜੇ SSP ਥੱਲੇ ਤੁਸੀਂ ਕੋਰਟ 'ਚ ਜਾ ਕੇ ਮੰਨ ਰਹੇ ਹੋ
ਉਹਦੀ ਕੀ ਐਡੀ ਕੁਆਲੀਫਿਕੇਸ਼ਨ ਹੈ ਕਿ ਉਹਨੂੰ ਪਲਮ ਪੋਸਟਿੰਗ ਤੁਸੀਂ ਹੁਣ ਤੀਜੀ ਵਾਰੀ ਐਸਐਸਪੀ ਲਾ ਦਿਓਗੇ ਕਿ ਇੱਥੇ ਵੀ ਚੰਦ ਚਾੜੇ। ਜਿਹੜੇ ਪੋਸਟਮਾਰਟਮ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ, ਪੁਲਿਸ ਸੱਦ ਕੇ ਲੋਕਾਂ ਨੂੰ ਗਰੀਬਾਂ ਤੇ ਪ੍ਰੈਸ਼ਰ ਪਾ ਰਹੀ ਹੈ ਕਿ ਯਾਰ ਇਹ ਕਹਿ ਦਿਓ ਇਹ ਨੈਚੁਰਲ ਡੈਥ ਹੈ, ਤੇ ਫਿਰ ਉੱਥੋਂ ਇਨਸਾਫ ਦੀ ਜਾਂ ਗਾਏ ਟ੍ਰੈਜੇਡੀ ਨਾ ਵਾਪਰੇ ਕਿਵੇਂ ਆਸ ਰੱਖ ਸਕਦੇ? ਐਨੀ ਕੁਐਸਚਨ ਜੀ ਤੁਹਾਡੀ। ਸਰ ਇਹਦਾ ਮਤਲਬ ਅੱਜ ਟ੍ਰਾਂਸਫਰ ਕਰਨ ਦੀ ਮੰਗ ਕੀਤੀ ਜਾਂਦੀ ਹੈ, ਇਹਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾਂਦੀ ਦੇਖੋ ਮੇਰੇ ਹਿਸਾਬ ਨਾਲ ਤਾਂ ਜਿਹੜਾ ਡਕੈਤੀ ਡੇ ਲਾਈਟ ਰੌਬਰੀ ਪਹਿਲਾਂ ਕੀਤੀ ਸੀ ਡਕੈਤੀ, ਹੁਣ ਤੱਕ ਤਾਂ ਜੇ ਉਸੇ ਕੇਸ 'ਚ ਡੀਜੀਪੀ ਸਾਹਿਬ ਕਾਰਵਾਈ ਕਰ ਦਿੰਦੇ ਆਪ ਜੀ ਆਈ ਦੀ ਜੀ ਸਿਫਾਰਿਸ਼ ਤੇ ਕਾ ਵਾਪਰਦਾ ਨਾ, ਮਗਰ ਹੁਣ ਹੀ ਕੁਝ ਕਰ ਦਿਓ। ਜੇ ਐਸਐਚਓ ਡੀਐਸਪੀ ਰਿਸਪੌਂਸਿਬਲ ਹੈ ਤੇ ਜਿਹੜਾ ਉਹਨਾਂ ਨੂੰ ਚਲਾਉਂਦਾ ਉਹ ਕਿਵੇਂ ਨਹੀਂ ਰਿਸਪੌਂਸਿਬਲ? ਐਸਐਚਓ ਦੇ ਆਰਡਰ ਕੌਣ ਕਰ ਰਿਹਾ ਟ੍ਰਾਂਸਫਰ ਦੇ? ਐਸਐਸਪੀ। ਵਾਈ ਸ਼ੁੱਡ ਹੀ ਨਾਟ ਬੀ ਬੁੱਕਡ ਐਂਡ ਇਨਵੈਸਟੀਗੇਟਡ ਬਾਈ ਸੀਬੀਆਈ? ਜੇ ਦੀ ਇਨਵੈਸਟੀਗੇਸ਼ਨ ਹੋ ਗਈ ਤਾਰਾਂ ਉੱਤੇ ਤੱਕ ਜੁੜੀਆਂ ਨਿਕਲ ਆਉਣਗੀਆਂ 2 ਮਿੰਟ 'ਚ। ਸਰ ਜਿਸ ਤਰ੍ਹਾਂ ਦੀ ਖੁਲਾਸੇ ਕਰ ਰਹੇ ਇਸ ਤਰ੍ਹਾਂ ਸਿਮਰਜੀਤ ਸਿੰਘ ਬੁੱਧੂ ਨੇ ਕਿਹਾ ਹੈ ਕਿ ਪੋਲੀਟੀਕਲ ਤੇ ਪੁਲਿਸ ਦਾ ਨੈਕਸਸ ਹੈ ਜਿਹਦੇ ਕਰਕੇ ਇਹ ਸਾਰਾ। ਯਾਰ ਇਹ ਮੈਂ ਤਾਂ ਤੁਹਾਨੂੰ ਕੋਰਟ ਦਾ ਰਿਕਾਰਡ, ਵੀਡੀਓਗ੍ਰਾਫਿਕ ਰਿਕਾਰਡ, ਹਰ ਤਰੀਕੇ ਦਾ ਰਿਕਾਰਡ ਪੇਸ਼ ਕਰਕੇ ਕਹਿ ਰਿਹਾ ਕਿ ਬਿਲਕੁਲ ਮਿਲੀ ਭੁਗਤ ਹੈ ਕਾਂਗਰਸ ਦੇ ਹੁਕਮਰਾਨਾਂ ਦੀ, ਐਸਐਸਪੀ ਔਰ ਥੱਲੇ ਤੱਕ ਪੁਲਿਸ ਦੇ ਮੁਲਾਜ਼ਮਾਂ ਦੀਆਂ। ਔਰ ਜੇ ਇਹਦੀ ਇਨਕੁਆਇਰੀ ਸਹੀ ਤਰੀਕੇ ਹੋ ਗਈ ਤੇ ਤਾਰਾਂ ਉੱਤੇ ਤੱਕ ਜਾਣਗੀਆਂ ਜਿਹੜੇ ਇਹਨਾਂ ਨੂੰ ਬਚਾ ਰਹੇ ਜੇ ਲੋਕਾਂ ਨੂੰ। ਮੇਰੀ ਮੰਗ ਇਹ, ਮੇਰਾ ਸਵਾਲ ਇਹ ਹੈ ਕਿ ਧਰੁਵ ਧਈਏ ਦੀ ਐਡੀ ਖੂਬਸੂਰਤੀ ਕੀ ਹੈ ਕਿ ਜਿਹਨੇ ਦਿਨ ਦਿਹਾੜੇ ਡੇ ਲਾਈਟ ਰਾਬਰੀ ਕੀਤੀ ਹੋਵੇ, ਪ੍ਰੈਸ ਕਾਨਫਰੰਸ ਕੀਤੀ ਹੋਵੇ, 6 ਕਰੋੜ ਖੁਰਦ-ਬੁਰਦ ਕੀਤੇ ਹੋਣ, ਅੱਜ ਉਹਨੂੰ ਫੇਰ ਤੁਸੀਂ ਐਸਐਸਪੀ ਲਾਉਨੇ ਹੋ। 100 ਬੰਦਾ ਮਰ ਗਿਆ ਉਹਨੂੰ ਫੇਰ ਤੁਸੀਂ ਐਸਐਸਪੀ ਲਾਉਨੇ ਹੋ, ਫੇਰ ਚੰਦ ਚੜਵਾਉਣਾ। ਕੌਣ ਜ਼ਿੰਮੇਵਾਰ ਹੋਊਗਾ ਉਹਦੇ ਲਈ? ਅਸੀਂ ਤਾਂ ਇਹ ਪੁੱਛਣਾ ਚਾਹੁੰਦੇ ਹਾਂ, ਤੇ ਤੋਂ ਸਪਸ਼ਟ ਹੁੰਦਾ ਕਿ ਕਿੱਥੇ ਤੱਕ ਤਾਰਾਂ ਜੁੜੀਆਂ ਹੋਈਆਂ ਨੇ। ਇਹ ਚੰਡੀਗੜ੍ਹ ਦੇ ਗਲਿਆਰੇ ਨਹੀਂ, ਮੈਂ ਤਾਂ ਲੱਗਦਾ 10 ਜਨਪਦ ਦੇ ਗਲਿਆਰਿਆਂ ਤੇ ਗੂੰਜਾਂ ਪੈਣਗੀਆਂ ਜੇ ਇਨਕੁਆਇਰੀ ਹੋ। ਜੀ ਕਹਿੰਦੇ ਨੇ ਕਿ ਡਿਕਟੇਟਰ ਨੇ ਮੁੱਖ ਮੰਤਰੀ ਜਿਹੜੇ ਹਾਂਜੀ ਡਿਕਟੇਟਰ ਨੇ। ਠੀਕ ਹੀ ਕਹਿ ਰਹੇ ਦੁੱਲੋ ਸਾਹਿਬ, ਥੋੜੇ ਚਿਰ ਮਗਰੋਂ ਕਹਿ ਰਹੇ ਮਗਰ ਠੀਕ ਕਹਿ ਰਹੇ। ਸੁਨੀਲ ਜਾਖੜ ਦੁੱਲੋ ਸਾਹਿਬ ਤਾਂ ਜੀ ਬਹੁਤ ਕੁਝ ਕਹਿ ਗਏ ਆ। ਉਹ ਕਹਿੰਦੇ ਮਾਫੀਆ ਨੇ ਮਿਲੇ ਜੀ ਸੁਨੀਲ ਜਾਖੜ ਸਾਹਿਬ। ਜਾਖੜ ਸਾਹਿਬ ਮਾਫੀਆ ਨੇ ਮਿਲੇ। ਜਾਖੜ ਸਾਹਿਬ ਕੀ ਤੋਤੇ ਦੀ ਗੱਲ ਕਰਦੇ, ਕਿਹਦੀ ਗੱਲ ਕਰਦੇ? ਉਹਦਾ ਕਹਿੰਦੇ ਮਾਫੀਆ ਨੇ ਮਿਲੇ। ਠੀਕ ਗੱਲ ਕਰਦੇ ਹੋਣੇ ਜੀ। ਉਹਨਾਂ ਨੇ ਤਾਂ ਨਾਂ ਰੱਖ ਹੀ ਦਿੱਤਾ ਜਾਖੜ ਸਾਹਿਬ ਦਾ, ਦੋਵੇਂ ਐਮਪੀਆਂ ਨੇ। ਤੇ ਜੇ ਉਹ ਕੁਝ ਕਹਿ ਰਹੇ ਆ, ਪੁਰਾਣੇ ਪੀਪੀਸੀਸੀ ਪ੍ਰਧਾਨ ਰਹੇ ਆ, ਜਾਣਦੇ ਹੋਣੇ ਅੰਦਰਲੀ ਗੱਲ ਤਦੇ ਕਰਦੇ ਆ। ਸਾਧੂ ਸਿੰਘ ਧਰਮਸੋਂ ਨੂੰ ਕਿਹਾ ਸੀਰੀ ਹੈ ਜੀ ਉਹ ਕੈਪਟਨ। ਚਲੋ ਉਹਨਾਂ ਨੇ ਕੀ ਕਿਹਾ ਨਹੀਂ ਕਿਹਾ ਮੈਂ ਨਹੀਂ ਕਹਿਣਾ, ਤੁਸੀਂ ਸਿਆਣੇ ਹੋ ਜੀ ਜੋ ਕਿਹਾ। ਕੋਈ ਵੀ ਪੁਲਿਸ ਅਫਸਰ ਹੋਵੇ, ਕੋਈ ਵੀ ਤਰਨਤਾਰਨ ਜਦੋਂ ਮਿਲ ਕੇ ਗਏ ਉਸ ਫੰਕਸ਼ਨ ਦੇ ਵਿੱਚ, ਕਿਸੇ ਦਾ ਵੀ ਰੋਲ ਹੋਵੇ ਅਸੀਂ ਕਾਰਵਾਈ ਕਰਾਂਗੇ, ਉਹਦੇ ਵਿੱਚ ਉਹਨੇ ਕਿਹਾ ਭਾਵੇਂ ਪੁਲਿਸ ਅਧਿਕਾਰੀ ਵੀ ਹੋਵੇ। ਕਿੱਥੇ ਕਾਰਵਾਈ ਕੀਤੀ ਹੁੰਦੀ ਤੇ ਇਹ ਹਾਦਸਾ ਦਿਖਾਂਤ ਵਾਪਰਦਾ ਨਾ। 302 ਦੇ ਪਰਚੇ ਦੀ ਗੱਲ ਕਰੀ ਜਾ ਰਹੇ, 302 ਦਾ ਪਰਚਾ ਤਾਂ ਇਸ ਮਾਸਟਰਮਾਈਂਡ ਤੇ ਹੋਣਾ ਚਾਹੀਦਾ ਐਸਐਸਪੀ ਤੇ। ਸਿੱਟ ਬਣਾਈ ਗਈ ਜੀ ਪੰਜਾਬ ਸਰਕਾਰ ਵੱਲੋਂ। ਉਹ ਯਾਰ ਇਹ ਕਲੀਨ ਚਿੱਟਾਂ ਦੀਆਂ ਸਿੱਟਾਂ ਨੇ। ਕੋਈ ਪੀੜਤ ਸਾਰਾ ਦੇ ਬਿਆਨ ਨਹੀਂ ਲਏ। ਦੇਖੋ ਮੈਂ ਇੱਕ ਗੱਲ ਦੱਸਾਂ, ਕੱਲ ਇਹਨਾਂ ਦੇ ਐਮਪੀ ਨੇ ਕਿਹਾ, ਕਾਂਗਰਸ ਦੇ ਸਾਬਕਾ ਪ੍ਰਧਾਨ ਨੇ, ਕਿ ਇਹ ਸਿੱਟਾਂ ਬੇਸਿੱਟਾਂ ਨੇ। ਉਹ ਬਿਲਕੁਲ ਸਹੀ ਗੱਲ ਕਹੀ ਆ। ਕੀ ਹੋਇਆ ਅੱਜ ਤੱਕ ਉਹ ਸਾਰੀਆਂ ਚੀਜ਼ਾਂ ਦਾ ਆਪਣਾ ਦੁਸ਼ਹਿਰੇ ਵਾਲੀ ਟ੍ਰੈਜਡੀ ਦਾ ਤੁਸੀਂ ਦਿਲ ਤੇ ਹੱਥ ਰੱਖ ਕੇ ਕਹੋ ਕਿ ਉਹਦੇ 'ਚ ਕੋਈ ਸਹੀ ਇਨਕੁਆਇਰੀ ਹੋਈ? ਕਿ ਬਟਾਲੇ ਬਲਾਸਟ ਫੈਕਟਰੀ 'ਚ ਕੋਈ ਸਹੀ ਇਨਕੁਆਇਰੀ ਹੋਈ? ਕਿ ਅਸਲ ਦੋਸ਼ੀ ਤੇ ਕੋਈ ਕਾਰਵਾਈ ਹੋਈ? ਇਹ ਤਾਂ ਥੀਸ ਆਰ ਆਲ ਅ ਫਿਊਟਾਈਲ ਐਕਸਰਸਾਈਜ਼। ਇਹ ਕੱਲਾ ਹੈ ਕਿ ਲੋਕ ਭੁੱਲ ਜਾਣ ਤੇ ਇਸ ਤਰ੍ਹਾਂ ਹੀ ਕੰਮ ਚੱਲਦਾ ਰਹੇ। ਅੱਜ ਜੇ ਪੁਲਿਸ ਨੂੰ ਇੰਨੀਆਂ ਰਿਕਵਰੀਆਂ ਹੋ ਰਹੀਆਂ ਨੇ, ਇਹ ਰਾਤੋਂ ਰਾਤ ਤਾਂ ਨਹੀਂ ਚੀਜ਼ਾਂ ਚੱਲੀਆਂ। ਔਰ ਪੁਲਿਸ ਨੇ ਵੇਖੋ ਹਲੇ ਵੀ ਤੁਹਾਨੂੰ ਮਿਸਲੀਡ ਕਰਨਾ ਸ਼ੁਰੂ ਕਰਤਾ। ਲਾਨ ਰੌਲਾ ਦਾ ਸਪਿਰਿਟ ਦਾ ਜਿਹੜੀ ਡਿਸਟਿਲਰੀਆਂ ਤੋਂ ਨਿਕਲੀ ਹੈ, ਡਿਸਟਿਲਰੀਆਂ ਨੂੰ 15 ਦਿਨ ਦੇ ਦਿੱਤੇ ਕਵਰ ਅਪ ਕਰਨ ਲਈ। ਹੁਣ ਜਦੋਂ ਡਿਸਟਿਲਰੀਆਂ 'ਚ ਜਾਣਗੇ ਕੱਖ ਨਹੀਂ ਲੱਭਣਾ। ਕਿਉਂ ਨਹੀਂ ਲੱਭਣਾ? ਕਿਉਂਕਿ ਉਹਦੀਆਂ ਤਾਰਾਂ ਵੀ ਉੱਤੇ ਤੱਕ ਜੁੜੀਆਂ। ਇਹ ਇਹਨਾਂ ਨੂੰ ਸਾਰੇ ਆਪਦੇ ਰਿਕਾਰਡ ਸਹੀ ਕਰਨ ਲਈ ਇੱਕ ਟਾਈਮ ਦਿੱਤਾ ਜਾ ਰਿਹਾ। ਤੁਹਾਡਾ ਧਿਆਨ ਭਟਕਾਤਾ, ਤੁਸੀਂ ਵੀ ਭੋਲੇ ਭਾਲੇ ਭਟਕ ਗਏ। ਲਾਣ ਦਾ ਤਾਂ ਰੌਲਾ, ਲਾਣ ਫੜੋ, ਮਗਰ ਕੀ ਡੈਥ ਲਾਣ ਕਰਕੇ ਹੋਈ ਹੈ ਕਿ ਸਪਿਰਿਟ ਕਰਕੇ ਹੋਈ ਹੈ? ਲਾਣ ਮੜੀ ਹੈ। ਮੈਂ ਤਾਂ ਕਹਿ ਰਿਹਾ ਲਾਣ ਫੜੋ, ਮਗਰ ਡੈਥ ਦਾ ਕਾਰਨ ਕੀ ਹੈ? ਸਪਿਰਿਟ, ਨਾਟ ਲਾਣ। ਕਾਰਵਾਈ ਜ਼ਰੂਰ ਹੋਣੀ ਚਾਹੀਦੀ। ਅੱਜ ਤੁਸੀਂ ਕਹਿ ਰਹੇ ਹੋ ਲੱਖ ਲੀਟਰ, ਅੱਜ ਕੱਲ ਤੁਹਾਨੂੰ ਗੁੱਸਾ ਨਾ ਕਰਿਓ, ਕੱਲ ਪ੍ਰੈਸ ਨੋਟ ਕੱਢਿਆ ਕਿ ਜੀ 27,000 ਲੀਟਰ ਡੇਰਾਬੱਸੀ ਰਿਕਵਰ ਹੋ ਗਈ ਆ। ਹੁਣ ਬੜਾ ਤੁਹਾਨੂੰ ਪਹਿਲਾਂ ਇਨਫਾਰਮ ਕਰਤਾ, ਜੇ ਪਹਿਲਾਂ ਧਿਆਨ ਰੱਖਦੇ ਤੇ ਕੁਝ ਹੁੰਦਾ ਨਾ।
ਇਸ ਲਈ ਇਹ ਸਾਰਾ ਕੁਝ ਇੰਡੀਕੇਟ ਕਰਦਾ ਹੈ। ਮੈਂ ਦਿਨਕਰ ਗੁਪਤਾ ਜੀ ਦਾ ਧੰਨਵਾਦ ਵੀ ਕਰਦਾ ਹਾਂ ਕਿ ਦੇਰ ਆਏ ਦਰੁਸਤ ਹੈ, ਮੰਨ ਗਏ ਨਾ ਕਿ ਸਾਨੂੰ ਪਤਾ ਤਾਂ ਸਭ ਕੁਝ ਸੀ ਮਗਰ ਅਸੀਂ ਕਰਦੇ ਕੁਝ ਨਹੀਂ ਸੀ। ਰਾਤੋਂ ਰਾਤ ਨੂੰ ਤੁਹਾਨੂੰ ਸਭ ਕੁਝ ਪਤਾ ਲੱਗ ਰਿਹਾ। ਪਾਕਿਸਤਾਨ ਵੱਲ ਵੱਧ ਧਿਆਨ ਰੱਖਦੇ ਆ, ਭਾਰਤ ਵੱਲ ਘੱਟ ਧਿਆਨ ਰੱਖਦੇ ਆ। ਇਹ ਤਾਂ ਜੀ ਹੁਣ ਉਹ ਦੱਸ ਸਕਦੇ। ਚਾਚੀ ਦੇ ਪੁੱਜੇ ਪਿੰਡ ਇਹ ਬਲਟੋਆ ਸਾਹਿਬ ਕੁਝ ਦੱਸੀ ਜਾਂਦੇ ਜੀ ਮੈਨੂੰ ਹੈ 10 ਲੱਖ ਰੁਪਏ ਕੇਂਦਰ ਸਰਕਾਰ ਦੇ ਔਜਲਾ ਸਾਹਿਬ ਕਹਿ ਰਹੇ ਜਿਵੇਂ ਔਜਲਾ ਸਾਹਿਬ ਨੂੰ ਢਿੱਡ ਪੀੜ ਹੁੰਦੀ ਆ, ਸ਼ਰਾਬ ਇਹਨਾਂ ਦੇ ਪੰਜਾਬ ਵਾਲਿਆਂ ਦੀ ਪਲਾਈ ਤੇ ਇਹ ਦੇ ਦੇਣ ਤੇ ਮਾੜੀ ਗੱਲ ਹੈ। ਔਜਲਾ ਸਾਹਿਬ ਦੀ ਮੈਂ ਕਦਰ ਕਰਦਾ ਹਾਂ, ਕਈ ਵਾਰੀ ਉਹ ਗੱਲ ਚੰਗੀ ਵੀ ਕਰ ਜਾਂਦੇ ਆ। ਉਹਦੇ ਮਾਮਲੇ 'ਚ ਕੀਤੀ ਸੀ ਆਪਣਾ ਆ ਜਿਹੜੀ ਆ ਪੀਪੀ ਕਿੱਟਾਂ ਦੇ ਮਾਮਲੇ 'ਚ ਕਿਹਾ ਮੈਨੂੰ ਕੋਈ ਭਰੋਸਾ ਨਹੀਂ ਕੈਪਟਨ ਦੀ ਪੁਲਿਸ 'ਚ, ਤੇ ਇਹਦੇ 'ਚ ਵੀ ਸਹੀ ਗੱਲ ਕਰਦੇ। ਅਸੀਂ ਤਾਂ ਭਾਊ ਦੀ ਇੱਜ਼ਤ ਕਰਾਂਗੇ, ਮਗਰ ਕਿਉਂ ਐਵੇਂ ਇੱਕ ਨਿੱਕੀ ਜੀ ਗੱਲ ਪਿੱਛੇ ਝੂਠ ਬੋਲਣ ਦਾ ਔਜਲਾ ਸਾਹਿਬ ਨੂੰ ਨਹੀਂ ਸ਼ੋਭਦਾ। ਔਜਲਾ ਸਾਹਿਬ ਦਾ ਬੜਾ ਵੱਡਾ ਆਉਦਾ। ਕੱਲ ਤੋਂ ਸਮਾਰਟਫੋਨ ਵੀ ਕਹਿ ਕੇ ਲੈ ਕੇ ਆ ਰਹੇ ਬੱਚਿਆਂ ਨੂੰ ਵੰਡ ਰਹੇ ਆ, ਕੀ ਕਹਿਣਾ ਚਾਹੁੰਦੇ ਯਾਰ ਅੱਜ ਲੋਡ ਹੈ ਸਮਾਰਟਫੋਨ ਦੀ, ਇਹਦਾ ਜਵਾਬ ਉਹ 'ਚ ਇਨਫੋਰਮੇਸ਼ਨ ਜੇ ਪੁੱਠੇ ਕੰਮਾਂ ਦੀ ਦੇਣੀ ਹੈ ਤਾਂ ਕੀ ਫਾਇਦਾ। ਜੇ ਇਹ ਜੇ ਕੰਮਾਂ ਦੀ ਇਨਫੋਰਮੇਸ਼ਨ ਦੇਣੀ ਹੈ ਕਿ ਉੱਥੋਂ ਮਿਲ ਜਾਣੀ ਹੈ ਉੱਥੋਂ ਮਿਲ ਜਾਣੀ ਹੈ। ਉਸ ਦਿਨ ਚੀਫ ਸੈਕਟਰੀ ਨੇ ਰੌਲਾ ਪਾਇਆ ਸੀ, ਜੇ ਉਦੋਂ ਅਸਰ ਕਰ ਜਾਂਦੇ ਤੇ ਆਹ ਦਿਖਾਂਤ ਨਾ ਵਾਪਰਦਾ। ਚੀਫ ਸੈਕਟਰੀ ਸਾਹਿਬ ਨੂੰ ਤਾਂ ਰਿਵਾਰਡ ਕਰਤਾ ਉਹਨਾਂ ਦੀ ਚੁੱਪੀ ਵਾਸਤੇ, ਤੇ ਮੰਤਰੀ ਮਾਫੀ ਮੰਗ ਕੇ ਉਹ ਉਹਦੇ ਅੱਗੇ ਗੋਡੇ ਟੇਕ ਗਿਆ, ਉਹਦੇ ਅੱਗੇ ਗੋਡੇ ਟੇਕ ਗਿਆ, ਤੇ ਦੋਵੇਂ ਘਰ ਰਾਜੀ ਰਗੜ ਤੇ ਪੰਜਾਬੀ। ਇਸ ਲਈ ਮੇਰੇ ਇਹ ਜਿਹੜੀ ਉਹ ਮੋਬਾਈਲ ਵਾਲੀ ਗੱਲ ਹੈ ਨਾ, ਬਾਅਦ ਚ ਕਰਾਂਗੇ ਇਹ ਗੱਲ ਤੇ ਅੱਜ ਰਹੋ ਮੇਨ। 307 ਦੇ ਪਰਚੇ ਦੇਣੇ ਸ਼ੁਰੂ ਕਰ ਦਿੱਤੇ ਆ, ਜਿਹੜੇ ਬੰਦੇ ਸਪਿਰਿਟ ਜਾਂ ਐਲਕੋਹਲ ਵੇਚਦੇ ਨੇ। ਮਜੀਠੇ ਹਲਕੇ 'ਚ ਪਹਿਲਾ ਪਰਚਾ ਵੀ ਦਿੱਤਾ ਗਿਆ। ਉਹ ਦਿੱਤਾ ਨਹੀਂ ਗਿਆ, ਮੈਂ ਤੈਨੂੰ ਦੱਸਦਾ ਕੋਟਲੇ ਤਰਖਾਣੇ ਦੀ ਗੱਲ ਕਰਦਾ। ਇਹ ਤਾਂ ਪੋਸਟਮਾਰਟਮ ਨਹੀਂ ਕਰ ਰਹੇ ਸੀ। ਮੈਂ ਐਸਐਸਪੀ ਸਾਹਿਬ ਨੂੰ ਫੋਨ ਕੀਤਾ, ਮੈਂ ਸਰ ਜੀ ਮੈਂ ਫਿਰ ਅਸੀਂ ਰੌਲਾ ਪਾਈਏ ਕਿ ਤੁਸੀਂ ਦਬਾ ਰਹੇ ਹੋ ਗਰੀਬ ਨੂੰ ਕਿ ਪੋਸਟਮਾਰਟਮ ਨਾ ਕਰਾ। ਫਿਰ ਉਹ ਸਮਝ ਗਿਆ ਕਿ ਰੌਲਾ ਬੜਾ ਵਧਿਆ, ਮਿੰਟੋ ਮਿੰਟ ਹੀ ਉਹਨਾਂ ਨੇ ਕਰਾਤੀ ਪੋਸਟਮਾਰਟਮ। ਮੈਂ ਕਹਿੰਦਾ ਜੀ ਸਭ ਤੋਂ ਪਹਿਲਾਂ 302 ਦਾ ਪਰਚਾ ਜੇ ਇਹ ਸੀਰੀਅਸ ਨੇ ਤੇ ਧਰੁਵ ਧਈਏ ਤੇ ਹੋਣਾ ਚਾਹੀਦਾ, ਜਿਹਦੇ ਇਲਾਕੇ 'ਚ 100 ਮੌਤਾਂ ਹੋਈਆਂ, ਜਿਹਦੀ ਨਲਾਇਕੀ ਕਰਕੇ, ਅਣਗਹਿਲੀ ਕਰਕੇ, ਮਿਲੀ ਭੁਗਤ ਕਰਕੇ, ਕੰਪਲੇਸੈਂਸੀ ਕਰਕੇ, ਹੀ ਸ਼ੁੱਡ ਬੀ ਬੁੱਕਡ। ਥੈਂਕ ਯੂ।